हाँ जी, प्यारे विद्यार्थियों। अ, आधुनिक पंजाबी कविता ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਸਿਲੇਬਸ ਦਾ ਹਿੱਸਾ ਹੈ। ਉਸ ਕਿਤਾਬ ਦੇ ਵਿੱਚੋਂ ਅਸੀਂ ਅੱਜ ਜਿਸ ਕਵੀ ਨੂੰ ਪੜ੍ਹਨ ਜਾ ਰਹੇ ਹਾਂ, ਜਿਸ ਕਵੀ ਦੀਆਂ ਰਚਨਾਵਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਹੈ ਤਾਰਾ ਸਿੰਘ। ਤਾਰਾ ਸਿੰਘ ਦੀਆਂ ਬੜੀਆਂ ਖੂਬਸੂਰਤ ਕਵਿਤਾਵਾਂ ਜਿਹੜੀਆਂ ਹੈ ਉਹ ਤੁਹਾਡੇ ਸਿਲੇਬਸ ਦਾ ਹਿੱਸਾ ਨੇ। ਉਹਨਾਂ ਕਵਿਤਾਵਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਮਿਲਦੀਆਂ ਨੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਨੇ। ਤਾਂ ਤਾਰਾ ਸਿੰਘ ਦੇ ਜੀਵਨ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਆਧੁਨਿਕ ਕਾਲ ਦੇ ਵਿੱਚ ਇੱਕ ਵਰਣਨਯੋਗ ਨਾਂ ਹੈ ਤਾਰਾ ਸਿੰਘ ਦਾ, ਜਿਹੜਾ ਕਿ 5 ਅਗਸਤ 1929 ਨੂੰ ਪਿੰਡ ਹੁਕੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਨਮ ਲੈਂਦਾ ਹੈ ਔਰ ਲੰਮਾ ਸਮਾਂ ਉਹ ਦਿੱਲੀ 'ਚ ਰਹਿੰਦਾ ਹੈ ਅਤੇ ਉੱਥੇ ਹੀ 2 ਫਰਵਰੀ 1993 ਨੂੰ ਉਹਦੀ ਮੌਤ ਹੋ ਜਾਂਦੀ ਹੈ। ਤਾਰਾ ਸਿੰਘ ਨੇ ਸਾਹਿਤ ਰਚਨਾ ਵੀ ਕੀਤੀ ਅਤੇ ਪੱਤਰਕਾਰੀ ਵੀ ਕੀਤੀ। ਕਵਿਤਾ ਤੋਂ ਇਲਾਵਾ ਵਾਰਤਕ ਵੀ ਲਿਖੀ ਅਤੇ ਅਨੁਵਾਦ ਵੀ ਕੀਤੇ। ਪਰ ਇੱਕ ਕਵੀ ਦੇ ਤੌਰ 'ਤੇ ਉਸਨੇ ਵਧੇਰੇ ਮਾਨਤਾ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਅਤੇ ਸ਼ੁਰੂ ਦੇ ਵਿੱਚ ਉਸਨੇ ਕਵੀ ਦਰਬਾਰੀ ਕਵੀਆਂ ਵਾਂਗ ਕਾਵਿ ਰਚਨਾਵਾਂ ਲਿਖੀਆਂ, ਕੁਝ ਵਿਅੰਗਮਈ ਅਤੇ ਹਾਸ ਰਸੀ ਕਵਿਤਾਵਾਂ ਲਿਖੀਆਂ। ਫਿਰ ਡੂੰਘੀ ਕਵਿਤਾ ਦੀ ਰਚਨਾ ਜਿਹੜੀ ਹੈ ਉਸਨੇ ਸ਼ੁਰੂ ਕਰ ਦਿੱਤੀ ਅਤੇ ਪੰਜਾਬੀ ਸਾਹਿਤ ਨੂੰ ਨੇ ਬਹੁਤ ਸਾਰੇ ਕਾਵਿ ਸੰਗ੍ਰਹਿ ਦਿੱਤੇ, ਜਿਨ੍ਹਾਂ ਦੇ ਵਿੱਚ ਸਿਮ ਦੇ ਪੱਥਰ, ਮੇਘਲੇ, ਅਸੀਂ ਤੁਸੀਂ, ਸੂਰਜ ਦਾ ਲੈਟਰ ਪਕਸ, ਨਾਥ ਬਾਣੀ, ਕਹਿਕਸ਼ਾਂ ਅਤੇ ਡੋਲ ਦੇ ਪਾਣੀ। ਜਿਹੜਾ ਕਹਿਕਸ਼ਾਂ ਕਾਵਿ ਸੰਗ੍ਰਹਿ ਉਹਦੇ ਉੱਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਉਹਨੇ ਪੰਜਾਬੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ 'ਚ 18 ਪੁਸਤਕਾਂ ਜਿਹੜੀਆਂ ਉਹ ਅਨੁਵਾਦ ਕੀਤੀਆਂ ਅਤੇ ਇੱਕ ਵਾਰਤਕ ਪੁਸਤਕ ਦੀ ਰਚਨਾ ਜਿਹੜੀ ਹੈ ਉਹ ਵੀ ਕੀਤੀ। ਤਾਂ 1956 ਦੇ ਵਿੱਚ ਜਦੋਂ ਉਹਦਾ ਪਹਿਲਾ ਕਾਵਿ ਸੰਗ੍ਰਹਿ ਛਪਿਆ ਤਾਂ ਉਸ ਸਮੇਂ ਪ੍ਰਗਤੀਵਾਦੀ ਲਹਿਰ ਜਿਹੜੀ ਹੈ ਆਪਣੇ ਅੰਤਮ ਪੜਾਅ 'ਤੇ ਸੀ ਔਰ ਰੋਮਾਂਟਿਕ ਲਹਿਰ ਬਹੁਤ ਪਿੱਛੇ ਰਹਿ ਗਈ ਸੀ। ਤਾਰਾ ਸਿੰਘ ਦੀ ਸੁਰ ਇਹਨਾਂ ਦੋਹਾਂ ਤੋਂ ਜਿਹੜੀ ਹੈ ਵੱਖਰੀ ਸੀ। ਉਸਨੇ ਪ੍ਰਗਤੀਵਾਦੀ ਕਵੀਆਂ ਵਾਂਗ ਆਪਣੇ ਨਿੱਜੀ ਦੁੱਖ ਨੂੰ ਲੋਕਾਂ ਦਾ ਦੁੱਖ ਨਹੀਂ ਬਣਾਇਆ, ਸਗੋਂ ਕਹਿੰਦਾ ਸੀ ਕਿ ਉਹਦੇ ਚਿੱਤਰ ਕਿਸੇ ਦੂਜੇ ਦੇ ਵਰਤੇ ਹੋਏ ਬੁਰਸ਼ ਨੂੰ ਨਹੀਂ ਵਰਤਦੇ। ਉਸਦੀ ਕਵਿਤਾ ਯਥਾਰਥ ਦੀਆਂ ਤਲਖੀਆਂ ਨੂੰ ਆਧੁਨਿਕ ਮੁਹਾਵਰੇ ਦੇ ਵਿੱਚ ਪੇਸ਼ ਕਰਦੀ ਹੈ। ਉਹ ਯਥਾਰਥ ਦੇ ਵਿੱਚ ਭਾਵਕ ਤੌਰ 'ਤੇ ਖੁੱਭਣ ਵਾਲੀ ਕਾਵਿ ਰਚਨਾ ਕਰਦਾ ਹੈ। ਯਥਾਰਥ ਤੋਂ ਕੀ ਭਾਵ ਹੈ? ਜਿੱਥੇ ਰਿਐਲਿਟੀ ਪੇਸ਼ ਕੀਤੀ ਜਾਂਦੀ ਹੋਵੇ, ਇਨ ਦਾ ਰੀਅਲ ਸੈਂਸ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਹੋਵੇ। ਆਧੁਨਿਕ ਮਨੁੱਖ ਦੀਆਂ ਚਿੰਤਾਵਾਂ ਜਿਹੜੀਆਂ ਜਾਂ ਤਰਾਸਦਿਕ ਸਥਿਤੀਆਂ ਹੈ ਉਹਨਾਂ ਦੇ ਵਰਣਨ ਦੇ ਨਾਲ ਨਾਲ ਨਵੀਂ ਦਿਸ਼ਾ ਦਾ ਹਾਣੀ ਹੋਣ ਦੀ ਲੋਚਾ ਤਾਰਾ ਸਿੰਘ ਦੇ ਵਿੱਚ ਹਮੇਸ਼ਾ ਰਹੀ ਹੈ। ਆਪਣੀ ਲੋਕ ਅਪੀਲ, ਭਾਵ ਜਗਾਊ ਚਿੰਨ੍ਹਾਂ ਅਤੇ ਬਿੰਬਾਂ ਦੀ ਵਰਤੋਂ ਅਤੇ ਜ਼ਿੰਦਗੀ ਦੇ ਯਥਾਰਥ ਨਾਲ ਜੁੜੀ ਹੋਈ ਹੋਣ ਕਰਕੇ ਉਹਦੀ ਰਚਨਾ ਪੰਜਾਬੀ ਕਾਵਿ ਜਗਤ ਦੇ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇੱਥੇ ਬਸ ਨਹੀਂ, ਉਹ ਸਰਲਤਾ, ਸਪਸ਼ਟਤਾ, ਆਪ ਮੁਹਾਰਤਾ ਅਤੇ ਮਿਠਾਸ ਇਸ ਚੀਜ਼ ਨੂੰ ਵੀ ਜ਼ਰੂਰ ਪਹਿਲ ਦੇਣ ਵਾਲਾ ਕਵੀ ਸਾਬਤ ਹੋਇਆ। ਉਸਦੀ ਕਵਿਤਾ ਦੀ ਬਣਤਰ ਵਿੱਚ ਤਰਲਤਾ ਅਤੇ ਵਿਚਾਰਾਂ ਦੇ ਤਜਰਬੇ ਦੀ ਜਿਹੜੀ ਹੈ, ਜਜ਼ਬੇ ਦੀ ਜਿਹੜੀ ਹੈ ਉਹ ਗਹਿਰਾਈ ਦੇਖੀ ਜਾ ਸਕਦੀ ਹੈ। ਤਾਂ ਉਹਦੇ ਜਿਹੜੇ ਕਵਿਤਾਵਾਂ ਤੁਹਾਡੇ ਸਿਲੇਬਸ ਦਾ ਹਿੱਸਾ ਨੇ, ਉਹਦੇ ਵਿੱਚ ਜੋ ਪਹਿਲੀ ਕਵਿਤਾ ਹੈ ਉਹ ਹੈ ਮੋਮਬੱਤੀਆਂ। ਮੋਮਬੱਤੀਆਂ ਤਾਰਾ ਸਿੰਘ ਦੀ ਕਵਿਤਾ ਆਪਾਂ ਉਸਨੂੰ ਪੜ੍ਹਦੇ ਹਾਂ ਔਰ ਸਮਝਦੇ ਹਾਂ। ਕਾਹਨੂੰ ਬਾਲਦਾ ਬਨੇਰਿਆਂ ਤੇ ਮੋਮਬੱਤੀਆਂ, ਕਾਹਨੂੰ ਬਾਲਦਾ ਬਨੇਰਿਆਂ ਤੇ ਮੋਮਬੱਤੀਆਂ, ਲੰਘ ਜਾਣ ਦੇ ਬਾਜ਼ਾਰ 'ਚੋਂ ਹਵਾਵਾਂ ਤੱਤੀਆਂ, ਬੂਹੇ ਉੱਤੇ ਸ਼ਰਮਿੰਦਗੀ ਦੇ ਦਾਗ ਰਹਿਣ ਦੇ, ਬਦਨਾਮ ਰਾਜਨੀਤੀ ਦੇ ਸੁਰਾਗ ਰਹਿਣ ਦੇ, ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ, ਇਹਨਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ ਰਹਿਣ ਦੇ। ਕਿੱਥੇ ਜਾਏਗਾ ਦਿਸ਼ਾਵਾਂ ਸਭ ਲਹੂ ਰੱਤੀਆਂ, ਕਾਹਨੂੰ ਬਾਲਦਾ ਬਨੇਰਿਆਂ ਤੇ ਮੋਮਬੱਤੀਆਂ। ਇਹ ਜਿਹੜੀਆਂ ਕਾਵਿ ਸਤਰਾਂ ਨੇ ਤੁਹਾਡੇ ਪੰਜਾਬੀ ਦੀ ਜੋ ਪਾਠ ਪੁਸਤਕ ਹੈ ਆਧੁਨਿਕ ਪੰਜਾਬੀ ਕਵਿਤਾ,
ਉਹਦੇ ਵਿੱਚ ਤਾਰਾ ਸਿੰਘ ਦੀ ਕਵਿਤਾ ਮੋਮਬੱਤੀਆਂ ਦੇ ਵਿੱਚੋਂ ਲਈਆਂ ਗਈਆਂ। ਇਸ ਕਵਿਤਾ ਦੇ ਵਿੱਚ ਕਵੀ ਨੇ ਵਰਤਮਾਨ ਰਾਜਨੀਤਿਕ ਜੋ ਹਨੇਰਗਰਦੀ ਮੱਚੀ ਹੋਈ ਹੈ, ਉਹਦੇ ਨਾਲ ਵਾਪਰ ਰਹੀਆਂ ਜਿਹੜੀਆਂ ਤਰਾਸਦਿਕ ਘਟਨਾਵਾਂ ਹੈ, ਉਹਨਾਂ ਸੰਬੰਧੀ ਦੁੱਖ ਅਤੇ ਨਿਰਾਸ਼ਤਾ ਦਾ ਅਹਿਸਾਸ ਜਿਹੜਾ ਹੈ ਉਹ ਮਹਿਸੂਸ ਕੀਤਾ ਹੈ। ਕਵੀ ਤਾਰਾ ਸਿੰਘ ਲਿਖਦਾ ਕਿ ਬੁੱਧਜੀਵੀ ਨੂੰ ਜਿਹੜਾ ਉਹ ਸੰਬੋਧਿਤ ਹੁੰਦਾ ਹੋਇਆ ਕਹਿੰਦਾ ਹੈ ਕਿ ਉਹ ਵਰਤਮਾਨ ਰਾਜਨੀਤਿਕ ਹਨੇਰਗਰਦੀ ਦੇ ਯੁੱਗ 'ਚ ਬਨੇਰਾਂ ਉੱਪਰ ਸੂਝਦੀਆਂ ਮੋਮਬੱਤੀਆਂ ਕਿਉਂ ਬਾਲ ਰਿਹਾ। ਇਸ ਸਮੇਂ 'ਚ ਜਗਦੀਆਂ ਨਹੀਂ ਰਹਿ ਸਕਦੀਆਂ, ਸਗੋਂ ਇਹ ਉਦੋਂ ਜਗਣਗੀਆਂ ਜਦੋਂ ਗੰਦੀ ਅਤੇ ਜ਼ਾਲਮ ਸਿਆਸਤ ਕਾਰਨ ਵਗ ਰਹੀਆਂ ਤੱਤੀਆਂ ਹਵਾਵਾਂ ਬੰਦ ਹੋ ਜਾਣਗੀਆਂ। ਯਾਨੀ ਇਹਨਾਂ ਮੋਮਬੱਤੀਆਂ ਨੂੰ ਉਦੋਂ ਜਗਾ, ਪਹਿਲਾਂ ਇੱਕ ਐਸੀ ਕ੍ਰਾਂਤੀ ਪੈਦਾ ਕਰ ਤਾਂ ਕਿ ਇਹਨਾਂ ਮੋਮਬੱਤੀਆਂ ਨੂੰ ਬੁਝਾਉਣ ਵਾਲੇ ਜਿਹੜੇ ਆ ਉਹ ਖਤਮ ਹੋ ਸਕਣ। ਉਹ ਤੱਤੀਆਂ ਹਵਾਵਾਂ ਜੋ ਰਾਜਨੀਤਿਕ ਲੋਕ ਸਾਨੂੰ ਲੁੱਟ ਰਹੇ ਆ, ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਤੂੰ ਇਸ ਬੇਸ਼ਰਮ ਸਿਆਸਤ ਦੁਆਰਾ ਲਾਏ ਬੋਝਾਂ ਉੱਤੇ ਸ਼ਰਮਿੰਦਗੀ ਭਰੇ ਦਾਗਾਂ ਨੂੰ ਉਸੇ ਤਰ੍ਹਾਂ ਹੀ ਰਹਿਣ ਦੇ। ਤੂੰ ਇਸ ਬਦਨਾਮ ਸਿਆਸਤ ਦੇ ਚਿੰਨ੍ਹਾਂ ਨੂੰ ਕਾਇਮ ਰਹਿਣ ਦੇ। ਭਵਿੱਖੇ 'ਚ ਆਉਣ ਵਾਲੇ ਲੋਕਾਂ ਨੇ ਅੱਜ ਦੇ ਸਮੇਂ ਦੇ ਕਸੂਰਵਾਰ ਲੋਕਾਂ ਦੀ ਛਾਣਬੀਣ ਕਰਨੀ ਹੈ, ਉਹ ਇਸ ਤੋਂ ਛਾਣਬੀਣ ਕਰ ਸਕਣ। ਇਸ ਕਰਕੇ ਇਸ ਸਿਆਸਤ ਨੇ ਜਿਨ੍ਹਾਂ ਘਰਿਆਂ 'ਚੋਂ ਦੀਵਿਆਂ ਨੂੰ ਬੁਝਾ ਕੇ ਉਜਾੜਿਆ, ਤੂੰ ਉਹਨਾਂ ਨੂੰ ਉਸੇ ਤਰ੍ਹਾਂ ਕਾਇਮ ਰਹਿਣ ਦੇ। ਤੂੰ ਇਸ ਤਰਾਸਦੀ ਤੋਂ ਬਚ ਕਿ ਕਿਤੇ ਵੀ ਨਹੀਂ ਜਾ ਸਕਦਾ, ਕਿਉਂਕਿ ਸਾਰੀਆਂ ਦਿਸ਼ਾਵਾਂ ਵਿੱਚ ਖੂਨ ਖਰਾਬਾ ਵਾਪਰ ਰਿਹਾ। ਇਸ ਕਰਕੇ ਤੂੰ ਆਪਣੀ ਸੂਝਦੀਆਂ ਮੋਮਬੱਤੀਆਂ ਬਾਲਣ ਦੀ ਕੋਸ਼ਿਸ਼ ਨਾ ਕਰ। ਅੱਗੇ ਕੀ ਲਿਖਦਾ ਹੈ ਤਾਰਾ ਸਿੰਘ? ਸੁੱਚੀ ਰਤ ਨਾਲ ਪੋਚੀ ਹੋਈ ਥਾਂ ਰਹਿਣ ਦੇ। ਸੁੱਚੀ ਰਤ ਨਾਲ ਪੋਚੀ ਹੋਈ ਥਾਂ ਰਹਿਣ ਦੇ। ਇਹਨਾਂ ਕੰਧਾਂ ਉੱਤੇ ਉਕਰੇ ਹੋਏ ਨਾ ਰਹਿਣ ਦੇ। ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ। ਕੁਝ ਸਾਜ਼ਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ। ਐਵੇਂ ਭਾਲ ਨਾ ਖਜ਼ਾਵਾਂ ਵਿੱਚ ਫੁੱਲ ਪੱਤੀਆਂ, ਅਜੇ ਬਾਲ ਨਾ ਬਨੇਰੇ ਉੱਤੇ, ਅਜੇ ਬਾਲ ਨਾ ਹਨੇਰੇ ਵਿੱਚ ਮੋਮਬੱਤੀਆਂ। ਤਾਰਾ ਸਿੰਘ ਕੀ ਕਹਿੰਦਾ ਹੈ ਕਿ ਇਹ ਬੁੱਧੀਜੀਵ, ਤੂੰ ਵਰਤਮਾਨ ਸਿਆਸਤ ਦੁਆਰਾ ਪੈਦਾ ਕੀਤੀ ਹਨੇਰਗਰਦੀ 'ਚ ਇਹਨਾਂ ਸੂਝਦੀਆਂ ਮੋਮਬੱਤੀਆਂ ਬਾਲ ਕੇ ਬਨੇਰਿਆਂ 'ਤੇ ਨਾ ਰੱਖ। ਇਹਦਾ ਕੋਈ ਫਾਇਦਾ ਨਹੀਂ, ਇਹਨਾਂ ਦਾ ਅਜੇ ਕੋਈ ਲਾਭ ਨਹੀਂ। ਤੂੰ ਇਸ ਬੇਸ਼ਰਮ ਸਿਆਸਤ ਦੁਆਰਾ ਬੇਕਸੂਰਾਂ ਦੀ ਸੁੱਚੀ ਰਤ ਨਾਲ ਪੋਚੀਆਂ ਹੋਈਆਂ ਥਾਵਾਂ ਨੂੰ ਜਿਉਂ ਦੀਆਂ ਤਿਉਂ ਰਹਿਣ ਦੇ। ਤੂੰ ਮਾਰੇ ਗਏ ਬੇਕਸੂਰ ਲੋਕਾਂ ਦੇ ਕੰਧਾਂ ਉੱਪਰ ਉਕਰੇ ਨਾਵਾਂ ਨੂੰ ਕਾਇਮ ਰਹਿਣ ਦੇ। ਤੂੰ ਉਹ ਖੇਤ ਵੀ ਰਹਿਣ ਦੇ ਜਿੱਥੇ ਮਾਰੇ ਜਾ ਰਹੇ ਬੇਕਸੂਰ ਲੋਕਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਰਹੀਆਂ। ਉਹ ਪਿੰਡ ਵੀ ਰਹਿਣ ਦੇ ਜਿਨ੍ਹਾਂ ਉੱਪਰ ਸਾਜ਼ਿਸ਼ਾਂ ਨੇ ਕਹਿਰ ਢਾਏ ਹੈ। ਤੂੰ ਇਸ ਪਤਝੜ ਦੀ ਰੁੱਤ 'ਚ ਫੁੱਲਾਂ ਦੀਆਂ ਪੱਤੀਆਂ ਭਾਲਣ ਦੀ ਕੋਸ਼ਿਸ਼ ਨਾ ਕਰ, ਅਜੇ ਤੂੰ ਬੇਵਸ ਹੈ, ਤੇਰੇ ਵੱਸ ਦੀ ਗੱਲ ਜਿਹੜੀ ਆ ਨਹੀਂ ਹੈਗੀ। ਅੱਗੇ ਲਿਖਦਾ ਹੈ, ਸੂਹਾ ਬੂਰ ਤਲਵਾਰਾਂ ਉੱਤੋਂ ਝੜ ਜਾਣ ਦੇ। ਗੁੱਸਾ ਥੋਥਿਆਂ ਵਿਚਾਰਾਂ ਉੱਤੋਂ ਝੜ ਲੈਣ ਦੇ। ਜਿਹੜੇ ਘਰਾਂ ਉੱਤੇ ਲਹੂ ਦੇ ਨਿਸ਼ਾਨ ਲਿਖੇ ਨੇ, ਉਹ ਨਿਸ਼ਾਨ ਵੀ ਦੀਵਾਰਾਂ ਉੱਤੋਂ ਝੜ ਜਾਣ ਦੇ। ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘੱਤੀਆਂ, ਅਜੇ ਬਾਲ ਨਾ ਬਨੇਰਿਆਂ ਤੇ ਮੋਮਬੱਤੀਆਂ। ਤਾਰਾ ਸਿੰਘ ਕਹਿੰਦਾ ਕਿ ਐ ਬੁੱਧੀਜੀਵ, ਤੂੰ ਇਸ ਹਨੇਰਗਰਦੀ 'ਚ ਮੋਮਬੱਤੀਆਂ ਬਾਲਣ ਦੀ ਕੋਸ਼ਿਸ਼ ਨਾ ਕਰ। ਤੂੰ ਅਜੇ ਕੁਝ ਸਮਾਂ ਹੋਰ ਉਡੀਕ ਕਰ। ਤੂੰ ਤਲਵਾਰਾਂ ਉੱਤੇ ਲੱਗਾ ਮਨੁੱਖੀ ਖੂਨ ਦਾ ਸੂਹਾ ਬੂਰ ਝੜ ਲੈਣ ਦੇ। ਤੂੰ ਅਜੇ ਥੋਥੇ ਵਿਚਾਰਾਂ ਦੇ ਗੁੱਸੇ ਨੂੰ ਖਤਮ ਹੋ ਲੈਣ ਦੇ। ਜਿਹੜੇ ਘਰਾਂ 'ਚ ਕਤਲ ਹੋਏ ਉਹਨਾਂ ਦੀਆਂ ਦੀਵਾਰਾਂ ਉੱਪਰ ਲਹੂ ਦੇ ਨਿਸ਼ਾਨ ਲੱਗੇ ਰਹਿਣ ਦੇ। ਤੂੰ ਉਹਨਾਂ ਨਿਸ਼ਾਨਾਂ ਨੂੰ ਮਿਟ ਲੈਣ ਦੇ। ਅੱਜ ਤਾਂ ਬੇਸ਼ਰਮ ਸਿਆਸਤ ਦੀ ਕਾਲੀ ਰਾਤ ਨੇ ਸਾਰੀਆਂ ਸੁਗੰਧੀਆਂ ਜਿਹੜੀਆਂ ਉਹ ਖਤਮ ਕਰ ਰੱਖੀਆਂ। ਤੂੰ ਇਸ ਸਮੇਂ 'ਚ ਆਪਣੀ ਸੂਝ ਦਾ ਚਾਨਣ ਫੈਲਾਉਣ ਦਾ ਯਤਨ ਨਾ ਕਰ, ਕਿਉਂਕਿ ਇਸ ਪਾਸੇ ਅਜੇ ਤੱਕ ਧਿਆਨ ਦੇਣ ਵਾਲਾ ਕੋਈ ਜੰਮਿਆ ਹੀ ਨਹੀਂ ਅਤੇ ਨਾ ਹੀ ਇਸ ਧਿਆਨ ਨੂੰ ਕਿਸੇ ਨੇ ਸਮਝਣਾ। ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ, ਉਦੋਂ ਤੇਗ ਤਲਵਾਰ ਵੀ ਮਿਆਨ ਨਾ ਰਹੇ। ਐਸੀ ਵਗੀ ਇਹ ਹਵਾ ਅਸੀਂ ਅੱਖੀਂ ਦੇਖਿਆ, ਜਿੰਦ ਜਾਨ ਕਹਿਣ ਜਿੰਦ ਜਾਨ ਨਾ ਰਹੇ। ਨਹੀਂ ਰੁਕੀਆਂ ਹਵਾਵਾਂ ਅਜੇ ਮਾਣ ਮੱਤੀਆਂ, ਅਜੇ ਬਾਲ ਨਾ ਬਨੇਰੇ ਅਤੇ ਮੋਮਬੱਤੀਆਂ। ਲੰਘ ਜਾਣ ਦੇ ਬਾਜ਼ਾਰਾਂ 'ਚੋਂ ਹਵਾਵਾਂ ਤੱਤੀਆਂ। ਉਹ ਕਹਿੰਦਾ ਹੈ ਬੁੱਧੀਜੀਵ, ਜਦੋਂ ਬੇਸ਼ਰਮ ਸਿਆਸਤ ਦੀਆਂ ਤੱਤੀਆਂ ਹਵਾਵਾਂ ਚੱਲ ਰਹੀਆਂ ਹੋਣ ਤਾਂ ਬਨੇਰਿਆਂ ਉੱਤੇ ਤੇਰੀਆਂ ਸੂਝਦੀਆਂ ਮੋਮਬੱਤੀਆਂ ਕੋਈ ਕੰਮ ਨਹੀਂ ਕਰਨਗੀਆਂ। ਜਦੋਂ ਠੀਕ ਗੱਲ ਅਤੇ ਦਲੀਲ ਨੂੰ ਕੋਈ ਸੁਣਦਾ ਹੋਵੇ, ਉਦੋਂ ਤਲਵਾਰ ਵੀ ਮਿਆਨ 'ਚ ਨਹੀਂ ਰਹਿੰਦੀ। ਅਸੀਂ ਅਜਿਹੀ ਹਵਾ ਨੂੰ ਵਗਦੀ ਅੱਖੀਂ ਦੇਖਿਆ ਕਿ ਜਿਹੜੇ ਸਾਡੇ ਆਪਣੀ ਜਿੰਦ ਜਾਨ ਕਹਿੰਦੇ ਆ, ਉਹ ਵੀ ਆਪਣੇ ਨਹੀਂ ਰਹਿੰਦੇ। ਇਸ ਕਰਕੇ ਸਮਾਂ ਤੇਰੀ ਸੂਝ-ਬੂਝ ਦਾ ਮੁੱਲ ਪਾਉਣ ਦਾ ਨਹੀਂ ਹੈ। ਤਾਂ ਇਸ ਤਰ੍ਹਾਂ ਉਹ ਕਿਸੇ ਬੁੱਧੀਜੀਵ ਨੂੰ ਨਸੀਹਤ ਕਰਦਾ ਕਿ ਪਹਿਲਾਂ ਤੱਤੀਆਂ ਹਵਾਵਾਂ ਨੂੰ ਖਤਮ ਕਰਕੇ ਫਿਰ ਆਪਾਂ ਖੁਸ਼ੀ ਦੀਆਂ ਮੋਮਬੱਤੀਆਂ ਜਿਹੜੀਆਂ ਉਹ ਬਾਲੀਏ। ਉਹਨਾਂ ਮੋਮਬੱਤੀਆਂ ਦਾ ਕੋਈ ਅਰਥ ਹੈ,
ਪਹਿਲਾਂ ਕ੍ਰਾਂਤੀ ਲਈਏ, ਉਸ ਤੋਂ ਬਾਅਦ ਉਸ ਕ੍ਰਾਂਤੀ ਦਾ ਜਿਹੜਾ ਜਸ਼ਨ ਮਨਾਈਏ। ਇਹ ਸੀ ਤਾਰਾ ਸਿੰਘ ਦੀ ਬੜੀ ਪਿਆਰੀ ਕਵਿਤਾ ਮੋਮਬੱਤੀਆਂ। ਅਗਲੀ ਕਵਿਤਾ ਆਪਾਂ ਇਸੇ ਐਪੀਸੋਡ ਦੇ ਵਿੱਚ ਕਰਦੇ ਹਾਂ। ਉਸ ਕਵਿਤਾ ਦਾ ਨਾਂ ਹੈ ਤਾਰਾ ਸਿੰਘ ਦੀ ਲਿਖੀ ਹੋਈ ਇਹ ਦੂਜੀ ਕਵਿਤਾ, ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ। ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ, ਇਹ ਕਵਿਤਾ ਦਾ ਨਾਂ ਹੈ। ਕੀ ਲਿਖਦਾ ਤਾਰਾ ਸਿੰਘ? ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਇੰਨਾ ਚਿਰ ਮਿਲਿਆ, ਜੇਠ ਹਾੜ ਦੀ ਰੁੱਤੇ ਜਿਉਂ ਥਲ ਭੁੱਜਦੇ ਸਿਖਰ ਦੁਪਹਿਰੇ, ਇੱਕ ਕਿੜਕੇ ਉੱਤੋਂ ਅੱਕ ਕਕੜੀ ਦਾ ਫੰਭਾ ਉੱਡਦਾ, ਪਲ ਛਿੜ ਛਾਂ ਕਰ ਜਾਵੇ। ਅੱਖ ਕਕੜੀ ਕੀ ਹੁੰਦੀ ਹੈ? ਜਿਹੜੀਆਂ ਅੰਬਾਕੜੀਆਂ ਜਿਹਨਾਂ ਨੂੰ ਕਹਿੰਦੇ ਆ, ਅੰਬ ਦੀਆਂ ਕੁਕੜੀਆਂ, ਜਿਹੜੇ ਕੋ ਅੰਬੀਆਂ ਜਿਹੀਆਂ ਲੱਗਦੀਆਂ, ਉਹਦੇ ਵਿੱਚੋਂ ਇੱਕ ਭੱਬੂ ਜਿਹੇ ਨਿਕਲਦੇ ਆ, ਹਵਾ ਦੇ ਵਿੱਚ ਉੱਡਦੇ ਰਹਿੰਦੇ ਆ, ਉਹਨਾਂ ਨੂੰ ਕਹਿੰਦੇ ਅੱਖ ਕਕੜੀ ਜਾਂ ਅੰਬਾਕੜੀ। ਇਹ ਕਾਵਿ ਸਤਰਾਂ ਜਿਹੜੀਆਂ ਤੁਹਾਡੀ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਤਾਰਾ ਸਿੰਘ ਦੀ ਲਿਖੀ ਕਵਿਤਾ ਦੇ ਵਿੱਚ ਦਰਜ ਹੈ। ਕਵਿਤਾ ਦਾ ਨਾਂ ਹੈ ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ। ਇਸ ਕਵਿਤਾ ਦੇ ਵਿੱਚ ਕਵੀ ਨੇ ਅਸਫਲ ਪਿਆਰ ਤੋਂ ਪੈਦਾ ਹੋਏ ਤਰਸੇਵੇਂ ਨੂੰ ਵੱਖੋ ਵੱਖ ਦ੍ਰਿਸ਼ਟਾਂਤ ਅਲੰਕਾਰਾਂ ਦੁਆਰਾ ਪੇਸ਼ ਕਰਨ ਦਾ ਯਤਨ ਕੀਤਾ ਹੈ। ਔਰ ਇਸ ਕਾਵਿ-ਬੰਧ ਦੇ ਵਿੱਚ ਕਵੀ ਆਪਣੀ ਸਜਣੀ ਤੋਂ ਮਿਲੇ ਥੋੜ੍ਹ ਚਿਰੇ ਪਿਆਰ ਦਾ ਜ਼ਿਕਰ ਕਰਦਾ ਹੈ। ਕੀ ਲਿਖਦਾ ਹੈ ਕਿ ਇਹ ਪਿਆਰੀ, ਤੇਰਾ ਪਿਆਰ ਮੈਨੂੰ ਆਪਣੇ ਜੀਵਨ 'ਚ ਕੁੱਲ ਇੰਨਾ ਚਿਰ ਮਿਲਿਆ ਜਿੰਨਾ ਚਿਰ ਜੇਠ ਹਾੜ ਦੀ ਗਰਮੀ ਦੀ ਰੁੱਤ ਵਿੱਚ ਸਿਖਰ ਦੁਪਹਿਰੇ ਭੁੱਜਦੇ ਥਲ ਦੇ ਇੱਕ ਕਿਣਕੇ ਉੱਤੇ ਉੱਡਦਾ ਉੱਡਦਾ ਅੱਕ ਕਕੜੀ ਦਾ ਫੰਭਾ ਕੁਝ ਚਿਰ ਲਈ ਛਾਂ ਕਰ ਜਾਵੇ। ਯਾਨੀ ਬਹੁਤ ਥੋੜ੍ਹਾ ਜਿਹਾ ਮੈਨੂੰ ਮੌਕਾ ਮਿਲਿਆ। ਭਾਵ ਕੀ ਹੈ ਕਿ ਮੈਨੂੰ ਤੇਰਾ ਪਿਆਰ ਆਪਣੇ ਤੜਫਦੇ ਜੀਵਨ 'ਚ ਬਹੁਤ ਥੋੜ੍ਹੇ ਸਮੇਂ ਲਈ ਜਿਹੜਾ ਉਹ ਪ੍ਰਾਪਤ ਹੋਇਆ। ਅੱਗੇ ਕੀ ਲਿਖਦਾ ਹੈ? ਹੇ ਮੇਰੀ ਸਰਗੀ ਮੁਖ ਚੰਨੀਏ, ਯਾਦ ਤੇਰੀ ਮੈਂ ਸਾਂਭ ਸਾਂਭ ਕੇ ਇੰਜ ਦਿਲ ਅੰਦਰ ਰੱਖੀ, ਜਿਉਂ ਸਿਆਲੀ ਰੁੱਤੇ ਟੁੱਟੇ ਹੋਏ ਛੱਪਰ ਦੇ ਉੱਤੇ ਮੀਂਹ ਗੜੇ ਦਾ ਵਸਦਾ ਛੱਪਰ ਚੋਵੇ, ਥੱਲੇ ਇੱਕ ਮੁਸਾਫਰ ਬੈਠਾ ਅੱਗ ਬਾਲ ਕੇ, ਤ੍ਰਿਪ ਤ੍ਰਿਪ ਚੋਂਦੇ ਮੀਂਹ ਦੇ ਟੇਪਿਓਂ ਨਿੱਘ ਬਚਾਵਣ ਖਾਤਰ ਰੋਕ ਪਿੱਠ ਤੇ ਗੰਧਲਾ ਪਾਣੀ ਅੱਗ ਤੇ ਝੁਕਿਆ ਹੋਵੇ। ਕੀ ਲਿਖਦਾ ਤਾਰਾ ਸਿੰਘ? ਕਹਿੰਦਾ ਕਿ ਹੇ ਮੇਰੀ ਸਵੇਰ ਦੀ ਲਾਲੀ, ਹੇ ਮੇਰੀ ਸਵੇਰ ਦੀ ਲਾਲੀ, ਸਵੇਰ ਦੀ ਲਾਲੀ ਵਰਗੇ ਸੋਹਣੇ ਮੂੰਹ ਵਾਲੀਏ ਚੰਨੀਏ, ਮੈਂ ਤੇਰੀ ਯਾਦ ਨੂੰ ਆਪਣੇ ਦਿਲ 'ਚ ਇਸ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ ਜਿਵੇਂ ਸਿਆਲ ਦੀ ਰੁੱਤ 'ਚ ਇੱਕ ਟੁੱਟੇ ਹੋਏ ਛੱਪਰ 'ਤੇ ਮੀਂਹ ਪੈ ਰਿਹਾ ਹੋਵੇ ਅਤੇ ਗੜੇ ਪੈ ਰਹੇ ਹੋਣ, ਜਿਸ ਕਰਕੇ ਛੱਪਰ ਚੋ ਰਿਹਾ ਹੋਵੇ ਅਤੇ ਉਸਦੇ ਹੇਠਾਂ ਬੈਠਾ ਇੱਕ ਮੁਸਾਫਰ ਤ੍ਰਿਪ ਤ੍ਰਿਪ ਚੋਂਦੀਆਂ ਮੀਂਹ ਦੀਆਂ ਬੂੰਦਾਂ ਤੋਂ ਨਿੱਘ ਬਚਾਉਣ ਲਈ ਆਪਣੀ ਪਿੱਠ 'ਤੇ ਗੰਧਲਾ ਪਾਣੀ ਰੋਕ ਕੇ ਹੇਠਾਂ ਬਲਦੀ ਅੱਗ ਦੇ ਉੱਪਰ ਝੁਕਿਆ ਹੋਇਆ ਹੋਵੇ। ਇਸ ਤਰ੍ਹਾਂ ਮੈਂ ਤੇਰਾ ਪਿਆਰ ਸਾਂਭ ਕੇ ਰੱਖਿਆ ਹੋਇਆ। ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨੇ ਦਾਵੇ, ਪੱਲਾ ਸਬਰ ਮੇਰੇ ਦਾ ਦਿਲ ਤੋਂ ਇੱਦਾਂ ਛੁੱਟ ਛੁੱਟ ਜਾਵੇ, ਜਿਉਂ ਕਣਕਾਂ ਦੇ ਵੱਢਾਂ ਉੱਤੇ ਨਿੱਕਾ ਜਿਹਾ ਪੋਲੀ ਦਾ ਬੂਟਾ ਜੁੰਡਾਂ ਦੇ ਵਿੱਚ ਫਸਿਆ ਹੋਵੇ, ਹਵਾ ਦੇ ਧੱਫਿਆਂ ਨਾਲ ਵਿਚਾਰਾ ਕਦੇ ਫੇਸ ਛੁੱਟ ਜਾਵੇ, ਫਸ ਜਾਵੇ, ਛੁੱਟ ਜਾਵੇ। ਕਵੀ ਕਹਿੰਦਾ ਹੈ ਕਿ ਕੋਈ ਆਪਣੇ 'ਤੇ ਕਾਹਦਾ ਮਾਣ ਕਰ ਸਕਦਾ ਹੈ, ਕਾਹਦੇ ਦਾਅਵੇ ਮੰਨ ਸਕਦਾ ਹੈ। ਮੇਰੇ ਦਿਲ ਤੋਂ ਸਬਰ ਦਾ ਪੱਲਾ ਇਸ ਤਰ੍ਹਾਂ ਛੁੱਟ ਛੁੱਟ ਜਾਂਦਾ ਹੈ ਜਿਵੇਂ ਕਣਕ ਦੇ ਵੱਢਾਂ 'ਚ ਇੱਕ ਨਿੱਕਾ ਜਿਹਾ ਪੋਲੀ ਦਾ ਬੂਟਾ ਹਵਾ ਦੇ ਧੱਫੇ ਖਾ ਖਾ ਕੇ ਵਿਚਾਰਾ ਕਦੇ ਕਣਕ ਦੇ ਜੁੰਡਾਂ 'ਚ ਫਸ ਜਾਂਦਾ ਹੋਵੇ ਅਤੇ ਕਦੇ ਛੁੱਟ ਜਾਂਦਾ ਹੋਵੇ। ਪੋਲੀ ਕੀ ਹੁੰਦੀ ਹੈ? ਇੱਕ ਛੋਟਾ ਜਿਹਾ ਕੰਡੇਦਾਰ ਪੌਦਾ ਹੁੰਦਾ ਜਿਹਨੂੰ ਅਸੀਂ ਪੋਲੀ ਦਾ ਨਾਂ ਦਿੰਦੇ ਹਾਂ। ਮੇਰੇ ਰੋਮ ਰੋਮ 'ਚੋਂ ਹਰਦਮ ਰਹਿੰਦੀ ਇੱਦਾਂ ਰਵਾਂ ਹੈ ਪਿਆਰ ਕਹਾਣੀ, ਕਿਤੇ ਕਿਤੇ ਜਿਉਂ ਪਰਬਤਾਂ ਅੰਦਰ ਸਿੱਲਿਆ ਪੱਥਰਾਂ ਵਿੱਚੋਂ ਹੌਲੀ ਹੌਲੀ ਸਿਮਦਾ ਰਹਿੰਦਾ ਕੋਸਾ ਕੋਸਾ ਪਾਣੀ। ਕਵੀ ਕਹਿੰਦਾ ਕਿ ਪਿਆਰੀ, ਤੇਰੇ ਮੇਰੇ ਲੂੰ ਵਿੱਚੋਂ ਪਿਆਰ ਦੀ ਕਹਾਣੀ ਹਰ ਵੇਲੇ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਜਿਵੇਂ ਕਿਤੇ ਕਿਤੇ ਪਰਬਤਾਂ 'ਚ ਸਿੱਲਿਆਂ ਪੱਥਰਾਂ ਦੇ ਵਿੱਚੋਂ ਹੌਲੀ ਹੌਲੀ ਕੋਸਾ ਕੋਸਾ ਪਾਣੀ ਸਿਮਦਾ ਹੋਵੇ। ਭਾਵ ਮੇਰਾ ਦਿਲ ਤੇਰੇ ਲਈ ਪਿਆਰ ਨਾਲ ਹਮੇਸ਼ਾ ਭਰਿਆ ਰਹਿੰਦਾ। ਇਹ ਸੀ ਕਵਿਤਾ ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ। ਤਾਰਾ ਸਿੰਘ ਦੀ ਪਿਆਰ ਕਵਿਤਾ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਸੀ।
ਇਹ ਸੀ ਪ੍ਰਸਿੱਧ ਕਵੀ ਤਾਰਾ ਸਿੰਘ, ਜਿਸ ਦੀਆਂ ਰਚਨਾਵਾਂ ਆਪਾਂ ਅੱਜ ਦੀ ਇਸ ਵੀਡੀਓ ਲੈਕਚਰ ਦੇ ਵਿੱਚ ਸਾਂਝੀਆਂ ਕੀਤੀਆਂ। ਕੀ ਕੋਈ ਮਾਣ ਕਰੇ ਜੀਵਨ 'ਤੇ, ਕੀ ਕੋਈ ਗੱਲ ਲਮਕਾਵੇ, ਅਤੇ ਇਸ ਤੋਂ ਇਲਾਵਾ ਮੋਮਬੱਤੀਆਂ ਕਵਿਤਾ ਆਪਾਂ ਸਾਂਝੀ ਕੀਤੀ ਹੈ। ਮੋਮਬੱਤੀਆਂ ਰਾਹੀਂ ਜਿਹੜਾ ਸੰਦੇਸ਼ ਦਿੰਦਾ ਹੈ ਉਹ ਵੀ ਤੁਸੀਂ ਸਮਝ ਲਿਆ ਹੋਣਾ, ਔਰ ਜਿਹੜਾ ਉਹ ਸੰਦੇਸ਼ ਅਗਲੀ ਕਵਿਤਾ ਰਾਹੀਂ ਦਿੰਦਾ ਹੈ ਉਹ ਵੀ ਤੁਸੀਂ ਸਮਝ ਲਿਆ ਹੋਣਾ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਕਵਿਤਾਵਾਂ ਨੂੰ ਤੁਸੀਂ ਸੁਣਨਾ, ਸਮਝਣਾ ਔਰ ਆਪਣੇ ਸਿਲੇਬਸ ਦੇ ਮੁਤਾਬਕ ਇਹਨਾਂ ਨੂੰ ਤਿਆਰ ਕਰਨਾ। ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਇਕੱਠੀਆਂ ਕਰਕੇ ਤੁਸੀਂ ਇੱਕ ਸਾਰ ਦੇ ਰੂਪ 'ਚ ਵੀ ਲਿਖ ਸਕਦੇ ਹੋ। ਜੇ ਉਹ ਸਾਰ ਮੋਮਬੱਤੀਆਂ ਦਾ ਲਿਖਣਾ ਹੈ ਤਾਂ ਮੋਮਬੱਤੀਆਂ ਦਾ ਲਿਖ ਸਕਦੇ ਹੋ, ਜੇ ਸਾਰ ਦੂਜੀ ਕਵਿਤਾ 'ਤੇ ਲਿਖਣਾ ਹੈ ਤਾਂ ਦੂਜੀ ਕਵਿਤਾ ਦਾ ਵੀ ਲਿਖਿਆ ਜਾ ਸਕਦਾ ਹੈ। ਲੇਕਿਨ ਸਾਰ ਲਿਖਣ ਵੇਲੇ ਕਵੀ ਬਾਰੇ ਜੋ ਕੁਝ ਗੱਲਾਂ ਕੀਤੀਆਂ ਉਹ ਸੰਖੇਪ ਰੂਪ ਦੇ ਵਿੱਚ ਤੁਸੀਂ ਸ਼ੁਰੂ ਦੇ ਵਿੱਚ ਜ਼ਰੂਰ ਲਿਖਣੀਆਂ। ਇੰਨੇ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ।